ਤੁਹਾਨੂੰ ਪਤਾ ਪਿੰਡਾਂ ਦਾ ਸੈਟਅਪ ਇਦਾਂ ਦਾ ਹੁੰਦਾ ਹੈ ਕਿ ਇਹ ਨਹੀਂ ਸੋਚਦੇ ਕਿ ਜਿਹੜਾ ਬੱਚਾ ਨਾਲ ਬੈਠਾ ਹੋਇਆ ਘਰ ਉਹ ਆਉਂਦੇ ਆ ਤੇ ਅਫਸੋਸ ਜਤਾਉਂਦੇ ਆ ਕਿ ਜੀ ਇੱਕ ਆ ਗਈ ਹੈ, ਹੁਣ ਦੂਜੀ ਆ ਗਈ ਹੈ, ਹੁਣ ਤੀਜੀ ਆ ਗਈ ਹੈ, ਚੌਥੀ ਹੁਣ ਪੰਜਵੀਂ ਵੀ ਆ ਗਈ ਹੈ। There was no aim, there was no purpose, there was just a deep desire to make my parents proud। ਜਦੋਂ ਸਭ ਕੁਝ ਲੱਗ ਰਿਹਾ ਸੀ ਕਿ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਹੈ, the city knows me now, ਔਰ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਵੀ ਜਾਣ ਰਹੀ ਹਾਂ, ਰੀਡਿਸਕਵਰ ਕਰ ਰਹੀ ਹਾਂ, ਉਦੋਂ ਫਿਰ ਲਾਈਫ ਨੇ ਇੱਕ ਟਵਿਸਟ ਆ ਗਿਆ। I think कि जे एक इंसान भी, even if one person thinks कि your story is worthy of being shared and can inspire anyone, जो कि कंवर ने काफ़ी boost और pump दे देता है, but I think it's an achievement in itself. So I'm really grateful to CT Group of Institution, Manveer and Channi sir and the entire faculty and the team, a opportunity or chance देने ਲਈ to share the journey of my life। कुछ खास नहीं है, there's nothing extraordinary in it. Yes, it is unique, as हर कहानी अपने आप में unique होती है in the same way. We are 6 siblings. We are 5 sisters and my brother is the youngest. पिंड च पैदा हुई हैं, परवरिश और स्कूलिंग शहर च हुई है because मेरे नाना जी बहुत विजनरी सी। मेरे पेरेंट्स they're not like too well read people, but my नाना जी was the one who had this aim in his mind कि बेटियां ਨੂੰ ਪੜਾਉਣਾ ਜ਼ਰੂਰ ਹੈ ਔਰ ਬਹੁਤ ਅੱਛਾ। ਮਤਲਬ ਆਈ ਡੋਂਟ ਥਿੰਕ ਕਿ ਜਦੋਂ ਮੈਂ ਸਕੂਲ ਜਾਂਦੀ ਸੀ ਤੇ ਸੈਂਟ ਜੋਸਫਸ ਕਨਵੈਂਟ ਤੋਂ ਉੱਪਰ, ਆਈ ਡੋਂਟ ਥਿੰਕ, ਮੈਂ ਵੈਸੇ ਅੱਜ ਵੀ ਨਹੀਂ ਮੰਨਦੀ, ਸੌਰੀ, ਕਿ ਸੈਂਟ ਜੋਸਫਸ ਤੋਂ ਕਿ ICSE ਤੋਂ ਉੱਪਰ ਕੁਝ ਚੱਲਦਾ ਹੈ। ਸੋ ਵਿਦ ਡੀਪ ਰਿਗਾਰਡਸ ਟੂ ਮਾਈ ਸਕੂਲ ਐਂਡ ਦ beginning was great, but ਇੱਕ ਦੋ ਚੀਜ਼ਾਂ ਮੈਂ ਹਾਈਲਾਈਟ ਕਰਨਾ ਚਾਹੁੰਦੀ ਹਾਂ ਆਪਣੀ ਜਰਨੀ ਚੋਂ, ਬਿਕਾਜ਼ ਮੈਂ ਸਭ ਤੋਂ ਵੱਡੀ ਸੀ ਔਰ ਆਲ ਦ ਟਾਈਮ ਤੁਹਾਨੂੰ ਪਤਾ ਪਿੰਡਾਂ ਦਾ ਸੈਟਅਪ ਇਦਾਂ ਦਾ ਹੁੰਦਾ ਹੈ ਕਿ ਇਹ ਨਹੀਂ ਸੋਚਦੇ ਕਿ ਜਿਹੜਾ ਬੱਚਾ ਨਾਲ ਬੈਠਾ ਹੋਇਆ ਘਰ ਉਹ ਆਉਂਦੇ ਆ ਤੇ ਅਫਸੋਸ ਜਤਾਉਂਦੇ ਆ ਕਿ ਜੀ ਇੱਕ ਆ ਗਈ ਹੈ, ਹੁਣ ਦੂਜੀ ਆ ਗਈ ਹੈ, ਹੁਣ ਤੀਜੀ ਆ ਗਈ ਹੈ, ਚੌਥੀ ਹੁਣ ਪੰਜਵੀਂ ਵੀ ਆ ਗਈ ਹੈ। And they would always address my father as a bechara कि पता नहीं ਇਹਦਾ ਘਰ ਕੁੜੀਆਂ ਨਾਲ ਭਰ ਗਿਆ and how is he going to cope with it। Somewhere deep down inside when I was 10-11 years old, I felt कि कुछ गलत है somewhere, या ते I am to be blamed for it, क्योंकि ਵੈਰੀ ਫਨੀ ਥਿੰਗ ਕਿ ਮਾਈ ਨਾਨੀ ਜੀ ਉੱਦਾਂ ਇੰਨਾ ਸਾਡਾ ਲੁੱਕ ਆਫਟਰ ਕਰਦੇ ਸੀ, ਪਿਆਰ ਮੁਹੱਬਤ ਦਿੰਦੇ ਸੀ, ਪਰ ਜਦੋਂ ਗੁੱਸੇ ਹੁੰਦੇ ਸੀ ਮੇਰੇ 'ਤੇ ਜਾਂ ਮੇਰੀ ਛੋਟੀ ਸਿਸਟਰਸ 'ਤੇ, ਅਸੀਂ 3 ਸਿਸਟਰਸ ਇੱਥੇ ਸਿਟੀ ਰਹਿ ਕੇ ਨਿਊ ਜਵਾਹਰ ਨਗਰ ਪੜ੍ਹੇ ਹਾਂ, ਅਤੇ ਮੈਨੂੰ ਉਹ ਗਲਤੀ ਉਹ ਵੀ ਕਰਦੀਆਂ ਸੀ ਅਤੇ ਡਾਂਟ ਮੈਨੂੰ ਪੈਂਦੀ ਸੀ, ਅਤੇ ਉਹ ਕਹਿੰਦੇ ਸੀ ਡਾਰ ਦੀ ਡਾਰ ਬਣ ਕੇ ਲੈ ਆਈ ਹੈ ਪਿੱਛੇ। ਉਦੋਂ ਆਈ ਫੈਲਟ ਰੀਅਲੀ ਬੈਡ ਐਟ ਇਟ, ਮੇਰੇ ਪਿੱਛੇ ਕਿਉਂ ਆ ਗਈਆਂ ਸਾਰੀਆਂ। But today I take it as such a huge gift of God that I'm blessed with my siblings, my sisters, because I cannot imagine my life without them। मतलब मैं एक दिन भी उन्हां दी आवाज़ ना सुना तो मैनू लगता है कि दुनिया ख़त्म है और कुछ भी चीज़ अच्छी नहीं है। So but उस टाइम तो ये होंदा है कि तुसी नहीं सोचते, ਇੱਦਾਂ ਦੇ ਸ਼ਬਦ ਕਹਿ ਦਿੰਦੇ ਹੋ ਔਰ ਉਹ ਬੱਚਿਆਂ ਦੀ ਸਾਈਕੀ 'ਤੇ ਕੀ ਅਸਰ ਪਾਉਂਦੇ ਹੈ। ਸੋ ਸਮਵੇਅਰ ਇਟ ਵਾਜ਼ ਇਨ ਮਾਈ ਮਾਈਂਡ ਕਿ ਕੁਛ ਇੱਦਾਂ ਦਾ ਕਰਾਂ ਜਿਹਦੇ ਨਾਲ ਡੈਡ ਬਹੁਤ ਪ੍ਰਾਊਡ ਫੀਲ ਕਰਨ, ਔਰ ਕੁਛ ਇੱਦਾਂ ਦਾ ਕਰਾਂ ਕਿ ਲੋਕ ਆ ਕੇ ਕਹਿਣ ਕਿ ਜੀ ਤੁਹਾਡੀ ਬੇਟੀ ਨੇ ਕੁਛ ਲਾਈਕ ਵੀ ਆਰ ਵੈਰੀ ਪ੍ਰਾਊਡ ਆਫ ਯੋਰ ਡਾਟਰ ਐਂਡ ਬੇਟੀਆਂ ਹੋਣੀਆਂ ਚਾਹੀਦੀਆਂ। ਕੀ ਕਰਨਾ ਹੈ ਪਤਾ ਨਹੀਂ, ਰਾਈਟਰ ਬਣਨਾ ਕੋਈ ਕਿਸੇ ਦੀ ਏਮ ਨਹੀਂ ਹੁੰਦੀ। ਆਈ ਡੋਂਟ ਥਿੰਕ ਕੋਈ ਇਨਕਰੇਜ ਵੀ ਕਰਦਾ ਹੈ, ਅੱਜ ਕੱਲ੍ਹ ਕਰਦੇ ਹੋਣਗੇ ਬਟ ਉਦੋਂ ਤਾਂ ਨਹੀਂ ਕਰਦੇ ਸੀ। ਸੇ ਈਵਨ ਮਾਈ ਪੇਰੈਂਟਸ ਡਿਡਨਟ ਇਨਕਰੇਜ ਮੀ ਬਿਕਾਜ਼ ਨੈਂਸੀ ਡਰੂ ਪੜ੍ਹਨੀ ਤੇ ਕੈਮਿਸਟਰੀ ਦੀ ਕਿਤਾਬ ਦੇ ਵਿੱਚ ਲੁਕੋ ਕੇ ਪੜ੍ਹਨੀ, ਕਿਸੇ ਨੇ ਇਨਕਰੇਜ ਨਹੀਂ ਕਰਨਾ ਕਿ ਐਕਸਟਰਾ ਬੁੱਕਸ ਵੀ ਪੜ੍ਹੋ, ਕਹਿਣਾ ਕਿਤਾਬਾਂ ਪੜ੍ਹ ਲਓ, ਜੇ ਕੁਝ ਬਣਨਾ ਬਣ ਜਾਓ। ਇਹਨਾਂ ਕਿਤਾਬਾਂ ਨੇ ਤਾਂ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਣਾ, ਸਟੋਰੀ ਬੁੱਕਸ ਨੇ। ਐਨੀਹਾਓ ਦੇਰ ਵਾਜ਼ ਨੋ ਏਮ, ਦੇਰ ਵਾਜ਼ ਨੋ ਪਰਪਸ, there was just a deep desire to make my parents proud, and how I didn't know. Anyhow, I did my 10th and then I joined HMV. I did my masters in political science. No, I did my honors in political science in the graduation with the hope that I would be a lawyer, because I wanted to join law and maybe become the voice of many girls जो बोल नहीं सकदियाँ। So I wanted कि किसी तरह सोसाइटी ਨੂੰ बैक देवां, और जो मेरे अंदर इन्नी घुटन इन्नी सफोकेशन है लैके लड़की वाला प्रेशर है, शायद मैं किसी की कोई मदद कर देवां। बट लॉ दी एंट्रेंस निकल गई। माई नाना जी सैड यू गोइंग टू वेस्ट अ ईयर,
ਤੇ ਗ੍ਰੈਜੂਏਸ਼ਨ ਹੋ ਗਈ ਹੈ। ਸੋ ਜੁਆਇਨ ਮਾਸਟਰਸ, ਸੋ ਆਈ ਜੁਆਇਨ ਮਾਈ ਮਾਸਟਰਸ ਇਨ ਇੰਗਲਿਸ਼ ਲਿਟਰੇਚਰ ਐਟ DAV। ਬਟ ਕੋਈ ਖਾਸ ਏਮ ਨਹੀਂ ਸੀ ਔਰ ਇਹ ਵੀ ਨਹੀਂ ਸੀ ਕਿ ਮਾਸਟਰਸ ਕਰਕੇ ਕੀ ਕਰਨਾ ਹੈ। In the meantime, I got engaged, I got married, and first year ਦੇ exams ਆ ਗਏ after my marriage, and I told my mother-in-law ਕਿ ਮੈਂ ਤਾਂ ਐਵੇਂ ਹੀ join ਕੀਤੀ ਹੈ, ਮੈਨੂੰ ਕੁਝ ਖਾਸ interest ਨਹੀਂ ਹੈ। She said no 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 no, join ਕੀਤੀ ਹੈ ਤੇ you go ahead, ਆਪਣੇ exam ਦਿਓ ਤੇ ਪੜ੍ਹੋ। So I conceived by the time and exam ਦਿੱਤੇ, ਠੀਕ marks ਆ ਗਏ, बेटा हो गया। देन आई थॉट कि सेकेंड ईयर नहीं करनी है। देन माई मदर इन लॉ अगेन पुश्ड मी, फर्स्ट ईयर कर ली है, फिर उन सेकेंड ईयर क्यों नहीं करनी, गो हैड डू दैट। सेकेंड ईयर भी कर ली, कुछ खास वो नहीं सी। बट ये हाँ, एक जो इंगेजमेंट ते शादी का टाइम आई सी, उदों पर्पस इज नहीं सी, उदों मैं बिल्कुल ही हाउस वाइफ, लाइक परफेक्ट हाउस वाइफ बनना चाहती सी। सो मॉर्निंग्स आई वुड गो फॉर माई ड्राइविंग लैसन्स आफ्टर माई इंगेजमेंट, आफ्टरनून आई वुड गो फॉर माई कुकरी lessons, evening master ji would come home and I would do my stitching and everything, and I wanted like everybody to say कि wow, गिल साहब ने क्या बेटी दिती है सानू की कमाल, like there's no other daughter-in-law like her. So again, oh, to become the best kind of a thing and to see that pride in my father's eyes was the only mission. So things just moved this way कि जिंदगी चलती रही, दो बेटे हुए, then all of a sudden ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜ਼ਿੰਦਗੀ ਨੂੰ ਕੰਟਰੋਲ ਕਰ ਰਹੇ ਹੋ, ਪਰ ਇੱਦਾਂ ਹੁੰਦਾ ਨਹੀਂ ਹੈ, ਉਹ ਤੁਹਾਨੂੰ ਕੰਟਰੋਲ ਕਰ ਰਹੀ ਹੁੰਦੀ ਹੈ। ਤੁਸੀਂ ਪਲੈਨਿੰਗ ਕੁਝ ਹੋਰ ਕਰਦੇ ਹੋ ਬਟ ਹੋ ਕੁਝ ਹੋਰ ਜਾਂਦਾ ਹੈ। ਵੀ ਮੂਵਡ ਟੂ ਇੰਗਲੈਂਡ ਇਨ 2002। ਉੱਥੇ ਜਾਂਦੇ ਹਾਂ ਔਰ ਇੱਕਦਮ ਇੱਕ ਨਵੀਂ ਜ਼ਿੰਦਗੀ, ਇੱਕ ਨਵਾਂ ਪਰਸਪੈਕਟਿਵ ਲਾਈਫ ਨੂੰ ਦੇਖਣ ਦਾ ਦਿਖਦਾ ਹੈ। ਪਰਸਪੈਕਟਿਵ ਮੈਂ ਇਸ ਲਈ ਬਿਕੋਜ਼ ਇੱਥੇ ਅਸੀਂ ਇੰਨੇ ਕੁ ਡਿਪੈਂਡੈਂਟ ਹਾਂ ਘਰਾਂ ਦੇ ਵਿੱਚ ਕਿ ਸਮਬਡੀ ਐਲਸ ਇਜ਼ ਕਮਿੰਗ ਟੂ ਕਲੀਨ ਅ ਹਾਊਸ। ਕੋਈ ਆਉਂਦਾ ਤੁਹਾਡੇ ਬਰਤਨ ਧੋ ਜਾਂਦਾ ਹੈ, ਕੋਈ ਆਉਂਦਾ ਝਾੜੂ ਪੋਚਾ ਕਰ ਜਾਂਦਾ ਹੈ, ਤੇ ਤੁਸੀਂ ਬਸ ਬੈਠ ਕੇ ਆਰਡਰ ਕਰਦੇ ਹੋ ਜਾਂ ਕਿਟੀ ਪਾਰਟੀ, ਸੌਰੀ ਨੋ ਅਫੈਂਸ, ਬਟ ਦੈਟ ਇਜ਼ ਵਾਟ ਵੀ ਡੂ, ਵੀ ਹੈਵ ਗੋਟ ਨੋ ਪਰਪਸ। ਉੱਥੇ ਗਏ ਹਾਂ ਅਤੇ ਸਾਨੂੰ ਜ਼ਿੰਦਗੀ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ। ਟਾਈਮ ਮੈਨੇਜਮੈਂਟ, ਮਨੀ ਮੈਨੇਜਮੈਂਟ, ਜ਼ਿੰਦਗੀ ਮੈਨੇਜਮੈਂਟ ਉੱਥੇ ਜਾ ਕੇ ਸਮਝ ਆਈ ਕਿ 24 ਘੰਟੇ ਹੈ, ਇਹਨੂੰ ਕਿੱਦਾਂ ਬੈਸਟ ਤਰੀਕੇ ਨਾਲ ਗੁਜ਼ਾਰਨਾ ਹੈ। ਸਭ ਕੰਮ ਹੱਥੀਂ ਕਰਨ ਦਾ ਇੱਕ ਕੀ ਮਜ਼ਾ ਹੈ। ਐਕਚੁਅਲੀ ਇੱਥੇ ਵੀ ਕਰਦੇ ਸੀ ਬਟ ਉੱਥੇ ਜਾ ਕੇ ਤਾਂ ਫਿਰ ਬਿਲਕੁਲ ਹੀ ਸਭ ਖੁਦ ਕਰਨ ਲੱਗ ਪਏ। ਸੋ ਉਹ ਲਾਈਫ ਦੀ ਐਡਿਕਸ਼ਨ ਹੋ ਗਈ। ਦੈਨ ਮਾਈ ਸਨ ਵਾਜ਼ ਇਨ ਈਅਰ 4 and he was the only Asian child in the entire school. I thought कि too much western culture ਦੇ ਵਿੱਚ ਥੋੜਾ ਧਸ ਰਿਹਾ, slangs use ਕਰ ਰਹੇ and stuff. So I thought no, he needs to be back home and he needs to connect to his roots. So he was back. ਪਹਿਲਾਂ Mayo College ਅਜਮੇਰ ਅਸੀਂ entrance ਦਿੱਤਾ, he got admitted there. He was in the boarding. I went back, ਮੈਂ ਵਾਪਸ ਚਲੀ ਗਈ। He wasn't keeping too well. I came back with my younger son. Then my husband followed and again ਜ਼ਿੰਦਗੀ ਨੇ ਇੱਕ ਟਰਨ ਲਿਆ ਔਰ ਸਾਰੀ ਫੈਮਿਲੀ ਵਾਪਸ ਇੰਗਲੈਂਡ ਤੋਂ ਇੰਡੀਆ ਆ ਗਈ। 5 ਸਾਲ ਉੱਥੇ ਰਹਿ ਕੇ ਇੱਥੇ ਆ ਕੇ ਕਿਉਂਕਿ ਹੁਣ ਵੈਸਟ ਦੀ ਲਾਈਫ ਨੂੰ ਚੱਖ ਲਿਆ ਸੀ, ਕੋਲੋਂ ਨਜ਼ਦੀਕ ਤੋਂ ਦੇਖ ਲਿਆ ਸੀ, ਫਿਰ ਇੱਕ ਚੀਜ਼ ਸ਼ੋਰ ਸੀ ਕਿ ਹੁਣ ਘਰ ਨਹੀਂ ਬੈਠਣਾ, ਹੁਣ ਸਿਰਫ ਝਾੜੂ ਪੋਚਾ ਸੌਣਾ ਨਹੀਂ ਕਰਨਾ, ਹੁਣ ਕੁਝ ਪਰਪਸ ਹੋਣਾ ਚਾਹੀਦਾ ਲਾਈਫ ਦਾ। So luckily what happened, there were auditions at All India Radio. I just randomly went for it. Selection ਹੋ ਗਿਆ। ਹਾਲਾਂਕਿ ਮਾਈਕ ਦੇ ਨਾਲ me and Mike have never been friends. I was very shy, very confused ਔਰ ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ audition ਦੇਤੀ, selection ਹੋ ਗਈ, ਬਟ ਕਰਨਾ ਕਿੱਦਾਂ ਹੈ। ਸੋ 2 ਮਹੀਨੇ ਤੇ ਹੱਥ ਹੀ ਕੰਮਦੇ ਰਹੇ ਕੰਸੋਲ ਕਰਦੇ ਹੋਏ। ਸਿਮਰ ਵਾਜ਼ ਵਿਦ ਮੀ, ਦੈਨ ਇਸ਼ੂ ਮੈਨ ਬਿਨੋਇੰਗ, ਸ਼ੀ ਡਿਡ ਦ ਕੰਸੋਲ ਫॉर मी। ਮੈਂ ਸਿਰਫ ਹੌਲੀ ਹੌਲੀ ਸਾਹ ਅੱਖਾਂ ਭਰ ਕੇ ਬੋਲਦੀ ਹੁੰਦੀ ਸੀ। ਬਟ ਐਨੀਵੇਜ਼ ਸਟੈਪ ਬਾਏ ਸਟੈਪ ਗਰੋਥ ਹੁੰਦੀ ਰਹੀ। ਮੈਨੂੰ ਲੱਗਦਾ ਹੈ ਕਿ ਮੇਰੀ ਜਰਨੀ ਦੀ ਬੈਸਟ ਥਿੰਗ ਹੈ ਕਿ ਮੈਂ ਬਹੁਤ ਮਿਹਨਤੀ ਹਾਂ ਔਰ ਮੈਂ ਜੇ ਕੋਈ ਕੰਮ ਨੂੰ ਹੱਥ 'ਚ ਫੜ ਲੈਂਦੀ ਹਾਂ ਫਿਰ ਮੈਂ 110% ਦਿੰਦੀ ਹਾਂ, ਜੋ ਮੇਰਾ 110% ਹੈ ਉਸ ਗਿਵਨ ਸਿਚੁਏਸ਼ਨ ਦੇ ਵਿੱਚ। ਮੈਨੂੰ ਲਿਖਣ ਦਾ ਸ਼ੌਂਕ ਸੀ। ਦੇਰ ਵਾਜ਼ ਅਨਦਰ ਗਰਲ ਜੋ ਉੱਥੇ ਮਿਲੇ, ਇਤੀ ਜੈਨ, ਮਾਈ ਫਰੈਂਡ, ਮਾਈ ਕੋਲੀਗ, ਮਾਈ ਯੰਗਰ ਸਿਸਟਰ। ਬਹੁਤ ਛੋਟੀ ਹੈ ਪਰ ਰੇਡੀਓ ਸਟੇਸ਼ਨ ਮੇਰੇ ਨਾਲ ਕੰਮ ਕਰਦੇ ਸੀ। ਸ਼ੀ ਸੈਡ, ਸ਼ੀ ਵਾਜ਼ ਵਰਕਿੰਗ ਫॉर ਹਿੰਦੁਸਤਾਨ ਟਾਈਮਸ, ਸ਼ੀ ਸੈਡ ਕਿ ਦੀਦੀ ਯੂ ਆਰ ਸੋ ਗੁੱਡ ਐਟ ਰਾਈਟਿੰਗ ਤੇ ਵਾਈ ਡੋਂਟ ਯੂ ਸੈਂਡ ਅ ਫੀਚਰ ਟੂ HD। ਆਈ ਸੈਡ ਓਕੇ and I sent one feature to Hindustan Times, straight away rejection. ਉਹ ਕਹਿੰਦੇ ਜੀ ਇੰਨੇ ਹੈਵੀ ਵਰਡਸ ਯੂਜ਼ ਕੀਤੇ, ਹਾਲਾਂਕਿ ਮੈਂ ਉਹਨੂੰ ਇੰਨਾ ਅੱਛਾ ਬਣਾ ਕੇ ਭੇਜਿਆ ਸੀ, ਡਿਕਸ਼ਨਰੀ ਜੋ ਲੱਭ ਕੇ ਸਿਨੋਨਿਮਸ ਇੰਨਾ ਹੈਵੀ ਬਣਾਇਆ। ਆਈ ਥਾਟ ਇਹ ਮੈਨੂੰ ਤੇ ਕਦੀ ਨਹੀਂ ਕਹਿ ਸਕਦੇ, ਬਟ ਉਹ ਕਾਲ ਆ ਗਿਆ ਜੀ ਸੌਰੀ ਨਾ, ਇਹਨੂੰ ਦੁਬਾਰਾ ਤੋਂ ਜਾਂ ਤੇ ਰਿਵਾਈਜ਼ ਕਰੋ, ਥੋੜਾ ਹਲਕਾ ਕਰੋ, ਮੇਕ ਇਟ ਫॉर ਦ ਕਲਾਸਿਸ ਮਾਸਸ, ਡੋਂਟ ਲਾਈਕ ਇਹ ਨਾ ਹੋਵੇ ਕਿ ਲੋਕ ਡਿਕਸ਼ਨਰੀ ਦੇਖਣ। ਐਨੀ ਹਾਓ ਆਈ
again revised it and ठीक है वापस भेजा, it was approved. Then every Saturday for 3 years I was with HT and I was very fortunate because the reviews were good. They gave me a permanent space in Hindustan Times and for 3 years on every Saturday my feature would come up. ਉਹਦਾ guest columnist ਨੂੰ ਕੋਈ space permanent ਨਹੀਂ ਮਿਲਦੀ ਹੈ normally because ਉਹ budding writers ਲਈ ਹੈ, ਨਵੇਂ ਲੋਕਾਂ ਨੂੰ chance ਦੇਣਾ ਹੁੰਦਾ ਹੈ. But I was I think very fortunate ਕਿ ਇਸ ਤਰ੍ਹਾਂ ਹੋ ਗਿਆ. ਦੂਸਰੀ ਗੱਲ, ਜਦੋਂ ਮੈਂ ਇੰਗਲੈਂਡ ਤੋਂ ਵਾਪਸ ਆਉਣਾ ਸੀ ਤੇ ਉੱਥੋਂ ਮੈਂ ਸੋਚਿਆ ਹੀ ਸੀ ਪਹਿਲਾਂ ਹੀ ਕਿ ਮੈਂ ਕੁਝ ਕਰਨਾ ਹੈ, ਤਾਂ ਮੈਂ ਉੱਥੇ ਫ੍ਰੈਂਚ ਲੈਸਨਸ 1 ਸਾਲ ਜੁਆਇਨ ਕੀਤੇ ਕਿਉਂਕਿ B.Ed ਤੇ ਸੀ ਨਹੀਂ ਤੇ ਟੀਚਰ ਤੇ ਮੈਂ ਬਣ ਨਹੀਂ ਸਕਦੀ ਸੀ. ਤੇ ਮੈਂ ਇੱਥੇ ਕਿਸੇ ਬੜੇ ਰਿਪਿਊਟਡ ਸਕੂਲ 'ਚ ਗੱਲ ਕੀਤੀ ਕਿ ਜੀ ਤੁਹਾਨੂੰ ਯੂਰਪੀਅਨ ਲੈਂਗੁਏਜਸ ਆ ਗਈਆਂ. ਆਈ ਹੈਡ ਅ ਵਰਡ ਵਿਦ ਦ ਪ੍ਰਿੰਸੀਪਲ. ਉਹਨਾਂ ਨੇ ਕਿਹਾ ਜੀ ਤੁਸੀਂ ਆ ਜਾਓ ਜਦੋਂ ਵੀ ਤੁਸੀਂ ਇੰਗਲੈਂਡ ਤੋਂ ਆਏ ਟੀਚਿੰਗ ਕਰ ਲਓ. ਮੈਂ ਉੱਥੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਫ੍ਰੈਂਚ ਸ਼ੋਮਾ ਪ੍ਰੀ ਡਿਲਨ ਕਰਨ ਲੱਗੀ ਹੋਈ ਤੇ ਇੱਥੇ ਆਈ. ਆਈ ਮੈਟ ਦ ਪ੍ਰਿੰਸੀਪਲ ਐਂਡ ਸ਼ੀ ਸੈਡ ਕਿ ਨਹੀਂ ਸਾਨੂੰ ਕੋਈ ਹੋਰ ਮਿਲ ਗਿਆ ਜਿਨ੍ਹਾਂ ਨੂੰ ਜਰਮਨ ਵੀ ਆਉਂਦੀ ਹੈ ਨਾਲ. ਤੇ ਸੌਰੀ ਆਈ ਥੋਟ ਕਿ ਐਕਚੁਅਲੀ ਮੇਰੇ ਕੋਲ ਹੋਣਾ ਕੁਛ ਨਹੀਂ ਹੈ. ਸੋ ਬਟ ਦੈਨ ਦਿਸ ਰੇਡੀਓ ਥਿੰਗ ਹੈਪਨਡ ਆਫਟਰ ਦੈਟ. ਉਹ ਪਹਿਲਾਂ ਉਹ ਰਿਜੈਕਸ਼ਨ ਹੋਈ, ਫਿਰ ਰੇਡੀਓ ਆ ਗਿਆ, ਫਿਰ HT ਆ ਗਿਆ, ਫਿਰ ਟਾਈਮਜ਼ ਆਫ ਇੰਡੀਆ ਆਇਆ, ਫਿਰ ਕੰਵਰ ਆਇਆ ਟਾਈਮਜ਼ ਆਫ ਇੰਡੀਆ ਦੇ ਨਾਲ ਹੀ ਲਾਈਫ ਦੇ ਵਿੱਚ. ਹੀ ਵਾਜ਼ ਰਾਈਟਿੰਗ ਫॉर ਦ ਟਾਈਮਜ਼ ਐਜ਼ ਵੈਲ ਐਟ ਦੈਟ ਟਾਈਮ. ਜਦੋਂ ਸਭ ਕੁਝ ਲੱਗ ਰਿਹਾ ਸੀ ਕਿ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਹੈ, ਦ ਸਿਟੀ ਨੋਜ਼ ਮੀ ਨਾਓ, ਔਰ ਮੈਂ ਹੌਲੀ ਹੌਲੀ ਆਪਣੇ ਆਪ ਨੂੰ ਵੀ ਜਾਣ ਰਹੀ ਹਾਂ, ਰੀਡਿਸਕਵਰ ਕਰ ਰਹੀ ਹਾਂ, ਉਦੋਂ ਫਿਰ ਲਾਈਫ ਨੇ ਇੱਕ ਟਵਿਸਟ ਆ ਗਿਆ ਐਂਡ ਉਦੋਂ ਤੱਕ ਮੇਰੇ ਬੇਟੇ ਦੀ 10th ਫਿਨਿਸ਼ ਹੋ ਗਈ. ਫਿਰ ਸਾਰੇ ਕਹਿੰਦੇ ਜੀ ਹੁਣ ਤੇ ਤੁਹਾਡੇ ਕੋਲ ਬਾਹਰ ਦੀ ਓਪਰਚੁਨਿਟੀ ਹੈ, ਇਹਨੂੰ ਬੈਟਰ ਕਰੀਅਰ ਚਾਹੀਦਾ ਹੈ. ਸੋ ਅਗੇਨ ਬਾਹਰ ਚਲੋ ਸਾਰੇ. पैकअप होया इथों. अगेन वी वेंट टू इंग्लैंड फॉर 2 months. आई वॉज लाइक really डिप्रैस्ड. आई थॉट कि ये की फ़ायदा है, लाइक एक जगह ते जाने फिर दूसरी जगह ते जाने फिर काम करते हैं, somebody बनते हैं फिर nobody बन जाते हैं. बट एनी हाउ आई थिंक असी सोचते हैं, वी थिंक वी आर प्लानिंग थिंग्स बट वी आर नॉट. क्योंकि ਜਿਹੜਾ ਉੱਪਰ ਬੈਠਾ ਹੈ ਉਹਨੇ ਜੋ ਤੁਹਾਡੇ ਲਈ ਪਲਾਨ ਕੀਤਾ ਹੈ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ. ਤੁਸੀਂ ਉਹ ਛੋਟੀਆਂ ਆਪਣੇ ਗਮਾਂ 'ਚ ਬੈਠੇ ਰਹਿੰਦੇ ਹੋ ਕਿ ਮੈਂ ਇੱਕ ਛੋਟੂ ਜੀ ਪਿੱਦੂ ਜੀ ਚੀਜ਼ ਆਪਣੇ ਲਈ ਸੋਚੀ ਸੀ ਉਹ ਪੂਰੀ ਨਹੀਂ ਹੋਈ. ਬਟ ਉਹ ਜੋ ਸੋਚ ਕੇ ਬੈਠਾ ਹੈ ਉਹ ਅਪਰੰਪਾਰ. ਸੋ ਆਈ ਵੈਂਟ ਦੇਅਰ. ਮੈਨੂੰ ਚਾਂਸ ਮਿਲਿਆ ਆਪਣੀ ਪਹਿਲੀ ਬੁੱਕ ਲਿਖਣ ਦਾ ਵਿਚ ਇਜ਼ ਦ ਬਾਇਓਗ੍ਰਾਫੀ ਆਫ ਹੰਸਰਾਜ ਹੰਸ ਜੀ, ਰੈਗਸ ਟੂ ਰਾਗਾਸ ਐਂਡ ਬਿਯੋਂਡ, ਜੋ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਉਹਦੀ ਇਨੋਗ੍ਰੇਸ਼ਨ 'ਤੇ ਲਾਂਚ ਹੋਇਆ ਸੀ ਦਿੱਲੀ ਦੇ ਵਿੱਚ ਵੀ. ਅਸੀਂ ਜਲੰਧਰ ਵਿੱਚ ਵੀ ਕੀਤੀ. ਦ ਬੁੱਕ ਗॉट ਗੁੱਡ ਰਿਵਿਊਜ਼ ਐਂਡ ਜਦੋਂ ਬੁੱਕ ਦੀ ਅੱਛੀ ਰਿਵਿਊਜ਼ ਔਰ ਉਹ ਸਭ ਕੁਛ ਆਏ ਤੇ ਮੈਂ ਉਸ ਦਿਨ ਇੱਕ ਚੀਜ਼ ਡਿਸਾਈਡ ਕੀਤੀ ਕਿ ਮੈਂ ਬੁੱਕ 'ਚੋਂ ਕਦੀ ਕੋਈ ਪੈਨੀ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਨਹੀਂ ਰੱਖਣੀ ਹੈ, ਕਿਉਂਕਿ ਯੂਨੀਵਰਸ ਨੇ ਮੈਨੂੰ ਇਹ ਗਿਫਟ ਦਿੱਤਾ ਹੈ, ਬਾਬਾ ਜੀ ਨੇ ਗਿਫਟ ਦਿੱਤਾ ਹੈ. ਸੋ ਮੈਨੂੰ ਕੁਛ ਵਾਪਸ ਵੀ ਕਰਨਾ ਹੈ ਦੁਨੀਆ ਲਈ ਤਾਂ ਕਿ ਮੇਰਾ ਕਾਰਮਿਕ ਅਕਾਊਂਟ ਵੀ ਜ਼ਰਾ ਹਿਸਾਬ ਬੈਲੈਂਸ ਜਿਹਾ ਰਹੇ. ਐਂਡ ਬਿਲੀਵ ਮੀ, ਜਿਸ ਦਿਨ ਮੈਂ ਇਹ ਸੋਚਿਆ ਕਿ ਬੁੱਕ 'ਚੋਂ ਕੁਛ ਨਹੀਂ ਆਏਗਾ, I collected a good amount from the sale of my first book and ਉਹ ਸਾਰੀ ਯੂਨੀਕ ਹੋਮ ਬੱਚਿਆਂ ਦੀ ਐਜੂਕੇਸ਼ਨ ਲਈ ਗਈ ਬੀਬੀ ਪ੍ਰਕਾਸ਼ ਕੌਰ ਜੀ ਕੋਲ. ਬਿਕੋਜ਼ ਮੈਂ ਪਰਸਨਲੀ ਮੰਨਦੀ ਹਾਂ ਕਿ ਮੈਂ ਗੁਰਦੁਆਰੇ ਮੰਦਿਰ ਬਹੁਤ ਘੱਟ ਜਾਂਦੀ ਹਾਂ. ਮੇਰਾ ਗੁਰਦੁਆਰਾ ਮੰਦਿਰ ਪਿੰਗਲਵਾੜਾ ਅਤੇ ਯੂਨੀਕ ਹੋਮ ਹੈ. ਮੈਂ ਇੱਥੇ ਮੱਥਾ ਟੇਕਣਾ ਜ਼ਿਆਦਾ ਬੈਟਰ ਫੀਲ ਕਰਦੀ ਹਾਂ. ਸੋ ਯੂਨੀਕ ਹੋਮ ਦਾ ਹਾਲੇ ਸੋਚਿਆ ਹੀ ਸੀ, ਫੜਾਈ ਸੀ ਪਹਿਲੀ ਅਮਾਊਂਟ. ਤੇ ਕੈਨੇਡਾ ਮੈਂ ਇੱਕ ਰੇਡੀਓ ਸਟੇਸ਼ਨ ਲਈ ਕੰਮ ਕਰਦੀ ਸੀ ਜੋ ਕਿ ਖਤਮ ਹੋ ਚੁੱਕਾ ਸੀ ਮੇਰਾ ਕੰਟਰੈਕਟ ਇੰਗਲੈਂਡ ਜਾਣ ਤੋਂ ਪਹਿਲਾਂ ਹੀ. ਇੰਸਟੈਂਟਲੀ ਦੈਟ ਡੇ ਆਈ ਗੋਟ ਅ ਕਾਲ ਫਰਮ ਕੈਨੇਡਾ. ਸੀਨਾ ਰੇਡੀਓ ਬਰੈਂਪਟਨ ਦੇ ਵਿੱਚ ਹੈ, ਸੀਨਾ ਰੇਡੀਓ 1650 AM, ਜਿਨ੍ਹਾਂ ਨਾਲ ਮੈਂ ਪਿਛਲੇ 15 ਸਾਲ ਤੋਂ ਜੁੜੀ ਹੋਈ ਹਾਂ. ਮੰਡੇ ਟੂ ਫਰਾਈਡੇ ਮੇਰਾ ਸ਼ੋਅ ਚੱਲਦਾ ਉੱਥੇ ਸ਼ਾਮ ਨੂੰ, ਈਵਨਿੰਗ ਆਵਰ, ਜੋ ਮੈਂ ਇੰਗਲੈਂਡ ਤੋਂ ਰਿਕਾਰਡ ਕਰਦੀ ਹਾਂ, ਫਿਰ ਇੰਡੀਆ ਸੈਂਡ ਕਰਦੀ ਹਾਂ. ਇੰਡੀਆ ਤੋਂ ਉਹ ਸ਼ੋਅ ਬਣਾ ਕੇ ਬੈਕਗਰਾਊਂਡ ਮਿਊਜ਼ਿਕ ਪਾ ਕੇ ਉਹਨੂੰ ਵਾਪਸ ਕੈਨੇਡਾ ਭੇਜ ਦਿੰਦੇ. ਬਟ ਉਹ ਮੇਰਾ ਚੱਲ ਨਹੀਂ ਰਿਹਾ ਸੀ, ਪਹਿਲਾ ਕੰਟਰੈਕਟ ਫਿਨਿਸ਼ ਸੀ. ਪਰ ਜਿਸ ਦਿਨ ਇਹ ਮੈਂ ਡਿਸਾਈਡ ਕੀਤਾ ਕਿ ਯੂਨੀਕ ਹੋਮ ਪੈਸੇ ਫੜਾਏ, ਆਈ ਥਿੰਕ ਮੈਂ ਇੱਕ ਹੱਥ ਨਾਲ ਕੁਝ ਦਿੱਤਾ ਔਰ ਯੂਨੀਵਰਸ ਨੇ ਬਾਰਿਸ਼ ਕੀਤੀ ਔਰ ਨਾਲ ਹੀ ਮੈਨੂੰ ਬਹੁਤ ਲੰਬਾ ਕੰਟਰੈਕਟ ਮਿਲਿਆ ਸੀਨਾ ਰੇਡੀਓ ਦਾ. ਐਂਡ ਆਈ ਥੋਟ ਕਿ ਮਤਲਬ ਮੈਨੂੰ ਇਹ ਲੱਗਾ ਕਿ ਬਾਬਾ ਜੀ ਆ ਤੁਹਾਡੇ ਇੰਟੈਂਸ਼ਨਸ ਵੀ ਵਾਚ ਕਰਦੇ ਆ, ਤੁਹਾਡੀ ਨੀਅਤ ਵੀ ਵਾਚ ਕਰਦੇ ਆ ਔਰ ਤੁਹਾਨੂੰ ਮਲਟੀਪਲਾਈ ਕਰਕੇ ਦਿੰਦੇ ਆ ਜੇ ਤੁਹਾਡਾ ਅੰਦਰ ਇੰਟੈਂਸ਼ਨ ਸਾਫ਼ ਹੈ. ਸੋ I started recording from there and eventually then 2 years back मेरी second book जो है वो release हुई, which is titled Overcome and Become, which has got the stories, real life stories of 5 very prominent women personalities of Punjab,
Dr. Kiran Bedi, Surinder Kaur ji, the folk singer, Amrita Pritam, Amrita Shergill, and last but not the least, Pingalwada ਨੂੰ ਭਗਤ ਜੀ ਤੋਂ ਬਾਅਦ ਜੋ ਹੈਡ ਕਰਦੇ ਹੈ ਡਾਕਟਰ ਇੰਦਰਜੀਤ ਕੌਰ ਜੀ। ਇਹਨਾਂ ਦੀ ਜ਼ਿੰਦਗੀਆਂ ਦੀ ਜੋ ਕਹਾਣੀ ਹੈ ਉਹ ਓਵਰਕਮ ਐਂਡ ਬਿਕਮ ਦੇ ਵਿੱਚ ਹੈ। ਇਸ ਲਈ ਓਪਨ ਮਾਈਕ ਮੈਨੂੰ ਬਹੁਤ ਫੈਸੀਨੇਟ ਕਰ ਰਿਹਾ ਸੀ ਬਿਕਾਜ਼ ਰੀਅਲ ਲਾਈਫ ਸਟੋਰੀਜ਼ ਸ਼ੁਰੂ ਤੋਂ ਮੈਨੂੰ ਬਹੁਤ ਜ਼ਿਆਦਾ ਫੈਸੀਨੇਟ ਕਰਦੀਆਂ। ਪਿੰਗਲਵਾੜੇ ਸੈਕਿੰਡ ਬੁੱਕ ਦਾ ਹਰ ਪੈਨੀ ਪਿੰਗਲਵਾੜੇ ਜਾਂਦੀ ਹੈ। ਦ ਬੁੱਕ ਇਜ਼ ਅਵੇਲੇਬਲ, ਸੌਰੀ ਟੂ ਸੇ, ਬਟ ਇਟਸ ਅਵੇਲੇਬਲ ਐਟ ਰੀਡਰਸ ਪੈਰਾਡਾਈਜ਼, ਇਟਸ ਅਵੇਲੇਬਲ ਐਟ ਐਮਾਜ਼ੋਨ। ਜੇ ਕਿਸੇ ਦਾ ਮਨ ਹੋਏ ਤਾਂ ਜ਼ਰੂਰ ਪੜ੍ਹਨਾ। ਮੇਰੇ ਲਈ ਤਾਂ ਓਬਵੀਅਸਲੀ ਗੁੱਡ ਹੋਏਗਾ ਜੇ ਮੈਨੂੰ ਰਿਵਿਊ ਮਿਲਣਗੇ ਔਰ ਲੋਕ ਪੜ੍ਹ ਕੇ ਦੱਸਣਗੇ ਕਿ ਕਿਤਾਬ ਕਿਸ ਤਰ੍ਹਾਂ ਦੀ ਹੈ, ਬਟ ਇਹ ਸੋਚ ਕੇ ਵੀ ਪੜ੍ਹਨਾ ਕਿ ਇਹਦੀ ਇੱਕ ਜੋ ਤੁਸੀਂ ਜੇ 500 ਰੁਪਇਆ ਖਰਚਿਆ ਤਾਂ ਉਹ ਸਿੱਧਾ ਪਿੰਗਲਵਾੜੇ ਜਾ ਰਿਹਾ। ਇਹ 'ਚੋਂ ਇੱਕ ਪੈਨੀ ਵੀ ਮੈਂ ਕਦੀ ਆਪਣੇ ਕੋਲ ਨਹੀਂ ਰੱਖਦੀ ਹਾਂ। ਇੱਕ ਹੋਰ ਚੀਜ਼ ਮੈਂ ਹਾਈਲਾਈਟ ਕਰਨਾ ਚਾਹੁੰਦੀ ਹਾਂ ਆਪਣੀ ਜਰਨੀ ਦੀ ਕਿ ਮੇਰੀ ਜਰਨੀ ਵਿੱਚ ਜਦੋਂ ਮੈਂ 30s ਦੇ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ ਔਰ 40s ਦੇ ਵਿੱਚ ਆ ਗਈ ਅਤੇ ਸਭ ਨੇ ਮੈਨੂੰ ਇਹ ਕਿਹਾ ਕਿ ਆਈ ਥਿੰਕ ਕਿ ਤੈਨੂੰ ਆਪਣੀ ਜਰਨੀ ਫਿਨਿਸ਼ ਕਰ ਦੇਣੀ ਚਾਹੀਦੀ ਬਿਕੋਜ਼ ਹੁਣ ਤੇਰੇ ਵੱਡੇ ਬੱਚੇ ਹੋ ਰਹੇ ਆ, ਉਹਨਾਂ ਦੇ ਕਰੀਅਰ ਹੈ, ਯੂ ਸ਼ੁੱਡ ਕੰਸਨਟਰੇਟ ਮੋਰ ਔਨ ਇਟ। ਮੈਂ ਇਹ ਗੱਲ ਨੂੰ ਬਿਲੀਵ ਨਹੀਂ ਕਰਦੀ ਹਾਂ ਕਿਉਂਕਿ ਅੱਛੀ ਮਦਰ ਹੋਣ ਦੀ ਡੈਫੀਨੇਸ਼ਨ ਅਸੀਂ ਇਹ ਬਣਾਈ ਹੋਈ ਹੈ ਕਿ ਕੁਛ ਨਾ ਕਰੋ, ਬਸ ਚੁੱਪ ਕਰਕੇ ਘਰ ਬੈਠੇ ਰਹੋ ਅਤੇ ਅਪਸੈਟ ਹੋਵੋ ਅਤੇ ਫਿਰ ਥੱਪੜ ਲਗਾਓ 4 ਬੱਚਿਆਂ ਨੂੰ ਆਪਣੀ ਫਰਸਟ੍ਰੇਸ਼ਨ ਕੱਢਦੇ ਹੋਏ। ਆਈ ਥਿੰਕ ਅ ਹੈਪੀ ਮਦਰ ਉਹ ਹੈ ਜਿਹੜੀ ਗ੍ਰੈਟੀਫਾਈਡ ਹੈ, ਜਿਹਦੀ ਅੰਦਰੋਂ ਖੁਸ਼ ਹੈ, ਔਰ ਜੇ ਕੰਮ ਤੁਹਾਨੂੰ ਖੁਸ਼ੀ ਦਿੰਦਾ, ਤੁਹਾਡਾ ਪੈਸ਼ਨ ਹੈ, ਅਤੇ ਫਿਰ ਇਹ ਕਦੀ ਮਦਰਹੁੱਡ ਨੂੰ ਆਈ ਥਿੰਕ ਡਿਫਾਈਨ ਕਰਨ ਦਾ ਕੋਈ ਤਰੀਕਾ ਕਰੈਕਟ ਹੈ ਹੀ ਨਹੀਂ ਹੈ। ਸੋ ਆਈ ਫੀਲ ਕਿ a couple of years back on my birthday, my elder son is going to be 26 in November. He comes to me 2 ਸਾਲ ਪਹਿਲਾਂ on my birthday he comes to me, he says, Mom, I need a gift from you. And I said, it's my birthday, ਤੇ gift ਮੈਂ ਦੇਣਾ ਮਤਲਬ? He said, yeah, I need a gift from you, and that is a commitment and a promise ਕਿ ਜੋ ਵੀ ਚੀਜ਼ ਤੁਹਾਨੂੰ ਖੁਸ਼ੀ ਦਿੰਦੀ ਹੈ, ਚਾਹੇ ਉਹ ਰੇਡੀਓ ਹੈ, ਚਾਹੇ ਉਹ ਲਿਖਣਾ ਹੈ, ਤੁਸੀਂ ਉਹਨੂੰ ਉਦੋਂ ਤੱਕ ਨਹੀਂ ਛੱਡਣਾ ਜਦ ਤੱਕ ਤੁਹਾਡੇ ਅੰਦਰੋਂ ਮਨ 'ਚੋਂ ਨਹੀਂ ਆਉਂਦਾ ਕਿ ਆਈ ਡੋਂਟ ਵਾਂਟ ਟੂ ਵਰਕ ਨਾਓ। ਕਿਸੇ ਦੇ ਕਹੇ 'ਤੇ ਜਾਂ ਕਿਸੇ ਦੇ ਪ੍ਰੈਸ਼ਰ ਦੇ ਅੰਡਰ ਆ ਕੇ ਤੁਸੀਂ ਕੋਈ ਡਿਸੀਜਨ ਨਹੀਂ ਲੈਣੇ। ਸੋ ਆਈ ਹੈਵ ਕਮਿਟਡ ਦਿਸ ਟੂ ਮਾਈ ਚਿਲਡਰਨ ਐਂਡ ਆਈ ਡੋਂਟ ਥਿੰਕ ਮਾਈ ਜਰਨੀ ਵਿਲ ਐਂਡ ਟਿਲ ਗੁੱਡ ਨੰਬਰ ਆਫ ਈਅਰਸ ਫਰੋਮ ਨਾਓ ਬਿਕਾਜ਼ ਰਾਈਟਿੰਗ ਮੇਰੇ ਲਈ ਸਿਰਫ ਵੈਂਟ ਨਹੀਂ ਹੈ, ਆਵਾਜ਼ ਹੈ, ਚੀਕ ਹੈ। ਜਦੋਂ ਤੁਸੀਂ ਰੋ ਨਹੀਂ ਸਕਦੇ ਸਿਚੁਏਸ਼ਨ ਨੂੰ ਦੇਖ ਕੇ, ਜਦੋਂ ਤੁਸੀਂ ਸ਼ਾਊਟ ਨਹੀਂ ਕਰ ਸਕਦੇ, ਉਦੋਂ ਤੁਸੀਂ ਲਿਖਦੇ ਹੋ। So writing is a vent for me and I don't think I'll quit writing. Now that I've got so much of support and love of everybody and all my friends, Shaina, Kanwar, everybody, they've all been so supportive in my journey कि मैंने लगता है इन्हां सब दे आसरे हाले चलदी जाएगी जर्नी। Thank you so much.